ਟਰਮ ਪਾਲਿਸੀ ਜਾਂ ਫਿਰ ਪਰਮਾਨੈਂਟ। ਟਰਮ ਪਾਲਿਸੀ ਦੇ ਹੱਕ ਵਿੱਚ ਭੁਗਤਣ ਵਾਲੇ ਕਹਿੰਦੇ ਨੇ ਕਿ ਟਰਮ ਪਾਲਿਸੀ ਮਤਲਬ ਥੋੜਾ ਪ੍ਰੀਮੀਅਮ ਤੇ ਬਾਕੀ ਦੀ ਇਨਵੈਸਟਮੈਂਟ, ਤੇ ਉੱਥੇ ਹੀ ਪਰਮਾਨੈਂਟ ਪਾਲਿਸੀ ਦੇ ਵਕੀਲ ਇਹ ਕਹਿੰਦੇ ਨੇ ਕਿ ਟਰਮ ਪਾਲਿਸੀ ਮਤਲਬ ਪੈਸੇ ਨੂੰ ਖੂਹ ਦੇ ਵਿੱਚ ਸੁੱਟਣਾ। ਹੁਣ ਕਿਹੜੀ ਪਾਲਿਸੀ ਬਿਹਤਰ ਹੈ, ਪਰਮਾਨੈਂਟ ਕਿ ਟਰਮ ਪਾਲਿਸੀ? ਦੋਵੇਂ ਪਾਲਿਸੀਆਂ ਕਿਵੇਂ ਕੰਮ ਕਰਦੀਆਂ ਨੇ ਤੇ ਇਹਨਾਂ ਦੋਨਾਂ ਪਾਲਿਸੀਆਂ ਦੇ ਹੋਰ ਸਾਰੇ ਫੰਡੇ ਡਿਸਕਸ ਕਰਾਂਗੇ ਅੱਜ ਦੇ ਐਪੀਸੋਡ ਦੇ ਵਿੱਚ, ਐਵਰੀ ਮੰਡੇ ਸਿੰਘ ਦੇ ਫੰਡੇ ਤੇ। ਜੇਕਰ ਤੁਸੀਂ ਸਾਡਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤੇ ਜਲਦੀ ਨਾਲ ਸਾਡਾ ਇਹ ਚੈਨਲ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਤਾਂ ਕਿ ਐਵਰੀ ਮੰਡੇ ਯੂ ਵਿਲ ਨਾਟ ਮਿਸ ਸਿੰਘ ਦੇ ਫੰਡੇ। ਹਾਂਜੀ ਫਰੈਂਡਸ, ਤਾਂ ਫਿਰ ਸ਼ੁਰੂ ਕਰੀਏ ਅੱਜ ਦੀ ਰਸਾਕਸ਼ੀ ਯਾਨੀ ਕਿ ਅੱਜ ਦੀ ਡਿਸਕਸ਼ਨ ਕਿ ਟਰਮ ਪਾਲਿਸੀ ਜਾਂ ਫਿਰ ਪਰਮਾਨੈਂਟ ਪਾਲਿਸੀ। ਟਰਮ ਪਾਲਿਸੀ ਜਿਵੇਂ ਕਿ ਨਾਮ ਤੋਂ ਹੀ ਜ਼ਾਹਿਰ ਹੁੰਦਾ ਹੈਗਾ ਕਿ ਇੱਕ ਸਪੈਸੀਫਿਕ ਜਾਂ ਇੱਕ ਮਿਆਦ ਲਈ ਹੁੰਦੀ ਹੈ। ਜਦੋਂ ਉਹ ਮਿਆਦ ਖਤਮ ਹੋ ਜਾਂਦੀ ਹੈ ਤਾਂ ਸਾਡੀ ਟਰਮ ਪਾਲਿਸੀ ਵੀ ਖਤਮ ਹੋ ਜਾਂਦੀ ਹੈ। ਜਿੱਥੇ ਅਸੀਂ ਰਕਮ ਭਰਨਾ ਜਾਂ ਪ੍ਰੀਮੀਅਮ ਭਰਨਾ ਬੰਦ ਕਰ ਦਿੰਦੇ ਹਾਂ, ਉੱਥੇ ਹੀ ਕੰਪਨੀ ਦੀ ਜ਼ਿੰਮੇਵਾਰੀ ਵੀ ਖਤਮ ਹੋ ਜਾਂਦੀ ਹੈ ਸਾਨੂੰ ਕਵਰ ਕਰਨ ਦੀ। ਜਦੋਂ ਵੀ ਕਦੀ ਕੋਈ ਖਾਸ ਮਕਸਦ ਲੈ ਕੇ ਅਸੀਂ ਪਾਲਿਸੀ ਕਰਵਾਉਂਦੇ ਹਾਂ ਜਿਹੜਾ ਕਿ ਕਿਸੇ ਮਿਆਦ ਨਾਲ ਸੰਬੰਧਿਤ ਹੁੰਦਾ ਹੈ ਤਾਂ ਟਰਮ ਪਾਲਿਸੀ ਲੈਣਾ ਵਾਜਿਬ ਹੁੰਦਾ ਹੈ। ਮੰਨ ਲਵੋ ਕਿ ਤੁਸੀਂ ਅਜੇ ਆਪਣਾ ਨਵਾਂ ਕੈਰੀਅਰ ਸ਼ੁਰੂ ਕੀਤਾ ਹੈ, ਆਮਦਨ ਘੱਟ ਹੈ ਪਰ ਜ਼ਿੰਮੇਵਾਰੀਆਂ ਨਹੀਂ। ਟਰਮ ਪਾਲਿਸੀ ਢੁਕਵੀਂ ਰਹੇਗੀ ਕਿਉਂਕਿ ਪ੍ਰੀਮੀਅਮ ਘੱਟ ਹੈ। ਤੁਸੀਂ ਮਾਰਗੇਜ ਲਈ ਹੈ, ਮਾਰਗੇਜ ਦਾ ਖਰਚਾ ਸ਼ੁਰੂ ਹੋ ਗਿਆ ਤੇ ਹੁਣ ਤੁਸੀਂ ਉਸ ਮਾਰਗੇਜ ਨੂੰ ਕਵਰ ਵੀ ਕਰਵਾਉਣਾ ਚਾਹੁੰਦੇ ਹੋ। ਟਰਮ ਪਾਲਿਸੀ ਮੇਕ ਸੈਂਸ ਕਿਉਂਕਿ ਟਰਮ ਪਾਲਿਸੀ ਦਾ ਪ੍ਰੀਮੀਅਮ ਘੱਟ ਹੁੰਦਾ ਹੈ ਤੇ ਇੱਕ ਸਪੈਸੀਫਿਕ ਮਿਆਦ ਲਈ ਹੁੰਦਾ ਹੈ। ਤੁਹਾਡਾ ਪਰਿਵਾਰ ਹੈ, ਪਰਿਵਾਰ ਦੇ ਖਰਚੇ ਨੇ ਔਰ ਜ਼ਿੰਮੇਵਾਰੀਆਂ ਵੀ। ਹੁਣ ਤੁਸੀਂ ਸਸਤੀ ਪਾਲਿਸੀ ਲੈਣਾ ਚਾਹੁੰਦੇ ਹੋ ਤਾਂ ਟਰਮ ਪਾਲਿਸੀ ਵਾਜਿਬ ਹੈ। ਇਵੇਂ ਅਗਰ ਤੁਸੀਂ ਬਿਜ਼ਨਸਮੈਨ ਹੋ ਤੇ ਤੁਸੀਂ ਆਪਣੇ ਇੱਕ ਖਾਸ EMPLOYEE ਯਾਨੀ ਕਿ ਇੰਪੋਰਟੈਂਟ EMPLOYEE ਨੂੰ ਇੰਸ਼ੋਰ ਕਰਵਾਉਣਾ ਚਾਹੁੰਦੇ ਹੋ ਤਾਂ ਕਿ ਉਹਦੇ ਜਾਣ ਤੋਂ ਬਾਅਦ ਹੋਇਆ ਘਾਟਾ ਪੂਰਾ ਹੋ ਸਕੇ ਤਾਂ ਟਰਮ ਪਾਲਿਸੀ ਬਹੁਤ ਢੁਕਵੀਂ ਪਾਲਿਸੀ ਹੈ। ਹੁਣ ਇਹ ਟਰਮ ਪਾਲਿਸੀ ਕੰਮ ਕਿਵੇਂ ਕਰਦੀ ਹੈ? ਟਰਮ ਪਾਲਿਸੀ ਜਿਵੇਂ ਕਿ ਇਹਦਾ ਨਾਮ ਹੈ ਮਿਆਦ ਨਾਲ ਸੰਬੰਧਿਤ, ਇੱਕ ਟਰਮ ਖਤਮ ਹੋਈ ਤਾਂ ਪਾਲਿਸੀ ਵੀ ਖਤਮ। ਟਰਮ ਪਾਲਿਸੀ ਆਮ ਤੌਰ ਤੇ ਇਸ ਕਰਕੇ ਲਈ ਜਾਂਦੀ ਹੈ ਕਿਉਂਕਿ ਇਸ ਦਾ ਪ੍ਰੀਮੀਅਮ ਘੱਟ ਹੁੰਦਾ ਹੈ। ਦੂਸਰੀ ਗੱਲ ਕਿ ਜਦੋਂ ਮਿਆਦ ਖਤਮ ਤੇ ਸਾਡੀ ਲੋੜ ਵੀ ਖਤਮ ਤੇ ਉਸ ਤੋਂ ਬਾਅਦ ਅਸੀਂ ਕੋਈ ਪ੍ਰੀਮੀਅਮ ਨਹੀਂ ਭਰਨਾ। ਹੁਣ ਇਸੇ ਇੱਕ ਵਜ੍ਹਾ ਕਰਕੇ ਕਿਉਂਕਿ ਕੰਪਨੀਆਂ ਦੀ ਜ਼ਿੰਮੇਵਾਰੀਆਂ ਤੁਹਾਡੇ ਮਿਆਦ ਖਤਮ ਹੋਣ ਤੇ ਖਤਮ ਹੋ ਜਾਂਦੀ ਹੈ ਤੇ ਕੰਪਨੀ ਇਸ ਕਰਕੇ ਤੁਹਾਡਾ ਪ੍ਰੀਮੀਅਮ ਕਾਫੀ ਘੱਟ ਕਰ ਦਿੰਦੀ ਹੈ। ਔਰ ਦੂਸਰੀ ਗੱਲ, ਇਸ ਪਾਲਿਸੀ ਦੇ ਵਿੱਚ ਕੋਈ ਵੀ ਕੈਸ਼ ਵੈਲਿਊ ਨਹੀਂ ਹੁੰਦੀ। ਕੈਸ਼ ਵੈਲਿਊ ਮਤਲਬ ਕਿ ਕੋਈ ਵੀ ਸੇਵਿੰਗ ਐਲੀਮੈਂਟ ਨਹੀਂ ਹੈਗਾ। ਤੁਹਾਡੀ ਪਾਲਿਸੀ ਚਾਹੇ ਉਹ 20 ਸਾਲ ਦੀ ਮਿਆਦ ਦੀ ਹੈ, ਚਾਹੇ ਉਹ 25 ਸਾਲ ਜਾਂ ਚਾਹੇ ਇਸ ਤੋਂ ਜ਼ਿਆਦਾ ਦੀ ਮਿਆਦ ਦੀ ਵੀ ਹੈ, ਉਸ ਦੇ ਵਿੱਚ ਕੋਈ ਵੀ ਪੈਸਾ ਜੁੜੇਗਾ ਨਹੀਂ। ਅਗਰ ਉਸ ਮਿਆਦ ਦੇ ਦੌਰਾਨ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਹਦੇ ਬੈਨੀਫਿਸ਼ੀਅਰੀਜ਼ ਨੂੰ ਬਣਦਾ ਹੋਇਆ ਕਲੇਮ ਤਾਂ ਜ਼ਰੂਰ ਮਿਲ ਜਾਏਗਾ, ਪਰ ਅਗਰ ਉਹ ਮਿਆਦ ਪੂਰੀ ਹੋਣ ਤੱਕ ਉਹ ਵਿਅਕਤੀ ਜਿੰਦਾ ਰਹਿੰਦਾ ਹੈ ਤੇ ਉਸ ਨੂੰ ਕੋਈ ਵੀ ਰਕਮ ਵਾਪਸ ਨਹੀਂ ਹੋਵੇਗੀ ਕਿਉਂਕਿ ਇਹ ਟਰਮ ਪਾਲਿਸੀ ਹੈ। ਇਸ ਦੇ ਵਿੱਚ ਪ੍ਰੀਮੀਅਮ ਘੱਟ ਹੈ ਔਰ ਕਿਸੇ ਇੱਕ ਮਿਆਦ ਤੋਂ ਬਾਅਦ ਤੁਹਾਡਾ ਰਿਸਕਵਰ ਵੀ ਖਤਮ ਹੋ ਜਾਵੇਗਾ। ਹੁਣ ਸਵਾਲ ਇਹ ਵੀ ਪੈਦਾ ਹੋ ਸਕਦਾ ਹੈ ਕਿ ਅਗਰ ਟਰਮ ਪਾਲਿਸੀ ਦੇ ਵਿੱਚ ਕੋਈ ਰਕਮ ਵਾਪਸ ਨਹੀਂ ਹੋਣੀ ਔਰ ਸਾਰੇ ਦੇ ਸਾਰੇ ਪੈਸੇ ਜਿਵੇਂ ਕਿ ਪਰਮਾਨੈਂਟ ਪਾਲਿਸੀ ਦੇ ਵਕੀਲ ਕਹਿੰਦੇ ਨੇ ਕਿ ਪੈਸੇ ਖੂਹ ਵਿੱਚ ਚਲੇ ਜਾਂਦੇ ਨੇ, ਤੇ ਫਿਰ ਇਸ ਪਾਲਿਸੀ ਨੂੰ ਲੈਣ ਦਾ ਫਾਇਦਾ ਕੀ ਹੈਗਾ? ਦੋਸਤੋ, ਮੈਂ ਇੱਥੇ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਵੇਂ ਮੈਂ ਪਹਿਲੇ ਸਿਨੈਰੀਓਜ਼ ਦਾ ਜ਼ਿਕਰ ਕੀਤਾ ਸੀ ਕਿ ਅਗਰ ਤੁਹਾਡੀ ਆਮਦਨ ਘੱਟ ਹੈ, ਤੁਹਾਡੇ ਤੇ ਜ਼ਿੰਮੇਵਾਰੀਆਂ ਜ਼ਿਆਦੀਆਂ ਨੇ ਔਰ ਤੁਹਾਡੇ ਖਰਚੇ ਜ਼ਿਆਦਾ ਨੇ, ਉਸ ਵੇਲੇ ਟਰਮ ਪਾਲਿਸੀ ਲੈਣਾ ਜ਼ਿਆਦਾ ਢੁਕਵਾਂ ਰਹਿੰਦਾ ਹੈ। ਜੇਕਰ ਅਸੀਂ ਕੰਪੈਰੀਜ਼ਨ ਕਰੀਏ ਟਰਮ ਪਾਲਿਸੀ ਤੇ ਪਰਮਾਨੈਂਟ ਪਾਲਿਸੀ ਦੇ ਪ੍ਰੀਮੀਅਮ ਦਾ, ਅਗਰ ਇੱਕੋ ਹੀ ਉਮਰ ਦੇ ਅਸੀਂ ਦੋ ਵਿਅਕਤੀਆਂ ਦੀ ਟਰਮ ਪਾਲਿਸੀ ਤੇ ਪਰਮਾਨੈਂਟ ਪਾਲਿਸੀ ਦਾ ਪ੍ਰੀਮੀਅਮ ਕੰਪੇਅਰ ਕਰੀਏ ਤਾਂ ਤੁਸੀਂ ਖੁਦ ਦੇਖੋਗੇ ਕਿ ਇਸ ਦੋਨਾਂ ਦੇ ਵਿੱਚ ਕਿੰਨਾ ਜ਼ਿਆਦਾ ਡਿਫਰੈਂਸ ਹੈ। ਔਰ ਜਿੱਥੇ ਸਾਡੀ ਆਮਦਨ ਘੱਟ ਹੈ, ਜਿੱਥੇ ਸਾਡੀਆਂ ਜ਼ਿੰਮੇਵਾਰੀਆਂ ਜ਼ਿਆਦੀਆਂ ਨੇ, ਉੱਥੇ ਟਰਮ ਪਾਲਿਸੀ ਲੈਣਾ ਸ਼ਾਇਦ ਜ਼ਿਆਦਾ ਢੁਕਵਾਂ ਹੋ ਸਕਦਾ ਹੈ। ਹੁਣ ਟਰਮ ਪਾਲਿਸੀ ਦੇ ਬਾਰੇ ਅਗਲੀ ਗੱਲ ਇਹ ਹੈ ਕਿ ਜਦੋਂ ਟਰਮ ਪਾਲਿਸੀ ਖਤਮ ਹੋ ਜਾਂਦੀ ਹੈ ਤਾਂ ਫਿਰ ਕੀ ਹੋਵੇਗਾ? ਫਿਰ ਸਾਡੇ ਕੋਲ ਕਿਹੜੀਆਂ ਆਪਸ਼ਨਸ ਬਚਦੀਆਂ ਨੇ ਉਸ ਟਰਮ ਪਾਲਿਸੀ ਨੂੰ ਲੈ ਕੇ? ਉਸ ਵੇਲੇ ਸਾਡੀ ਇੰਸ਼ੋਰੈਂਸ ਦਾ ਕੀ ਹੋਵੇਗਾ? ਕਿਉਂਕਿ ਇਹ ਟਰਮ ਪਾਲਿਸੀ ਹੈ, ਇੱਕ ਮਿਆਦ ਤੇ ਆ ਕੇ ਇਹਨੇ ਖਤਮ ਹੋ ਜਾਣਾ ਹੈ, ਇਸ ਕਰਕੇ ਸਾਡਾ ਰਿਸਕ ਕਵਰ ਵੀ ਖਤਮ ਹੋ ਜਾਏਗਾ। ਪਰ ਸਾਡੇ ਕੋਲ 3 ਆਪਸ਼ਨਸ ਨੇ ਜਿਹੜੀਆਂ ਅਸੀਂ ਜਦੋਂ ਮਰਜ਼ੀ ਚਾਹੇ ਯੂਜ਼ ਕਰ ਸਕਦੇ ਹਾਂ। ਪਹਿਲੀ ਆਪਸ਼ਨ ਕੀ ਹੈ ਕਿ ਅਸੀਂ ਜਦੋਂ ਵੀ ਸਾਡੀ ਪਹਿਲੀ ਪਾਲਿਸੀ ਦੀ ਮਿਆਦ ਖਤਮ ਹੋਏਗੀ ਤਾਂ ਅਸੀਂ ਇਹਨੂੰ ਦੁਬਾਰਾ ਰੀਨਿਊ ਕਰਾ ਸਕਦੇ ਹਾਂ ਉਸ ਉਮਰ ਦੇ ਉੱਤੇ। ਮੰਨ ਲਓ ਇੱਕ ਵਿਅਕਤੀ ਜਿਸ ਦੀ ਉਮਰ ਅੱਜ 20 ਸਾਲ ਹੈ, ਮੰਨ ਲਓ ਉਹਨੇ 30 ਸਾਲ ਦੀ ਟਰਮ ਪਾਲਿਸੀ ਲਈ ਹੈ ਤੇ 30 ਸਾਲ ਬਾਅਦ ਜਦੋਂ 50 ਸਾਲ ਦਾ ਹੋ ਜਾਏਗਾ ਉਸ ਵੇਲੇ ਉਹਦੀ ਪਹਿਲੀ ਵਾਲੀ ਪਾਲਿਸੀ ਖਤਮ ਹੋ ਜਾਏਗੀ ਤਾਂ ਹੁਣ ਉਹਦੇ ਕੋਲ ਇਹ ਆਪਸ਼ਨ ਹੈ ਕਿ ਉਹ 50 ਸਾਲ ਦੀ ਉਮਰ 'ਚ ਨਵੀਂ ਪਾਲਿਸੀ ਲੈ ਸਕਦਾ ਹੈ।
ਤੇ ਅਗਰ ਉਸ ਵੇਲੇ ਕੋਈ ਮੈਡੀਕਲ ਜਾਂ ਕੋਈ ਹੋਰ ਡਾਕਟਰੀ ਜਾਂਚ ਦੀ ਲੋੜ ਹੈਗੀ ਤਾਂ ਉਹ ਮੈਡੀਕਲ ਕਰਵਾ ਕੇ ਇਹ ਪਾਲਿਸੀ ਲੈ ਸਕਦਾ ਹੈ। ਇਹ ਤਾਂ ਹੈ ਪਹਿਲੀ ਆਪਸ਼ਨ, ਔਰ ਉਸ ਵੇਲੇ ਜਿਹੜਾ ਪ੍ਰੀਮੀਅਮ ਹੈ ਉਹ 50 ਸਾਲ ਵਾਲੀ ਉਮਰ ਦਾ ਹੀ ਲੱਗੇਗਾ। ਦੂਸਰੀ ਆਪਸ਼ਨ ਕੀ ਹੈ? ਦੂਸਰੀ ਆਪਸ਼ਨ ਹੈ ਕਿ ਇਸ ਪਾਲਿਸੀ ਨੂੰ ਆਟੋ ਰੀਨਿਊ ਹੋਣ ਦਿੱਤਾ ਜਾਵੇ। ਆਟੋ ਰੀਨਿਊ ਹੋਣ ਦਾ ਮਤਲਬ ਹੈ ਕਿ ਜਦੋਂ ਵੀ ਇਹ ਪਾਲਿਸੀ ਲਈ ਜਾਂਦੀ ਹੈ ਉਸ ਦੇ ਵਿੱਚ ਸ਼ਰਤ ਹੁੰਦੀ ਹੈ ਕਿ ਅਗਰ ਤੁਸੀਂ ਇਸ ਪਾਲਿਸੀ ਨੂੰ ਕਨਵਰਟੇਬਲ ਪਾਲਿਸੀ ਲਈ ਹੈਗੀ ਹੈ ਤੇ ਇਹ ਪਾਲਿਸੀ ਆਟੋ ਰੀਨਿਊਅਲ ਪਾਲਿਸੀ ਦੇ ਵਿੱਚ ਕਨਵਰਟ ਹੋ ਜਾਏਗੀ ਜਦੋਂ ਤੁਸੀਂ ਇਸ ਪਾਲਿਸੀ ਦੀ ਮਿਆਦ ਨੂੰ ਪੁਗਾ ਲਓਗੇ। ਮੰਨ ਲਓ ਫਿਰ ਉਸੇ ਐਗਜ਼ਾਮਪਲ 'ਚ ਤੁਸੀਂ 20 ਸਾਲ ਦੀ ਵਿਅਕਤੀ ਦੀ 30 ਸਾਲ ਦੀ ਪਾਲਿਸੀ ਲਈ ਹੈ ਤੇ 50 ਸਾਲ ਦੀ ਉਮਰ ਦੇ ਵਿੱਚ ਅਗਰ ਇਹ ਪਾਲਿਸੀ ਆਟੋ ਰੀਨਿਊ ਹੁੰਦੀ ਹੈ ਤਾਂ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਸ ਦਾ ਪ੍ਰੀਮੀਅਮ ਕਿੰਨਾ ਜ਼ਿਆਦਾ ਫਰਕ ਹੋ ਜਾਏਗਾ। ਔਰ ਤੀਸਰੀ ਆਪਸ਼ਨ ਕੀ ਹੈਗੀ ਆ ਕਿ ਤੁਸੀਂ ਇਸ ਟਰਮ ਪਾਲਿਸੀ ਨੂੰ ਪਾਲਿਸੀ ਚੱਲਦੇ ਦੌਰਾਨ ਜਦੋਂ ਵੀ ਚਾਹੋ ਪਰਮਾਨੈਂਟ ਪਾਲਿਸੀ ਦੇ ਵਿੱਚ ਕਨਵਰਟ ਕਰ ਸਕਦੇ ਹੋ ਅਗਰ ਉਹਦੇ ਵਿੱਚ ਇਹ ਕਨਵਰਸ਼ਨ ਦੀ ਸਹੂਲਤ ਹੈ। ਹੁਣ ਚਾਹੇ ਤੁਹਾਡੀ ਸਿਹਤ ਜਿਹੋ ਜਿਹੀ ਮਰਜ਼ੀ ਹੋਵੇ ਤੁਹਾਨੂੰ ਇਹ ਕਨਵਰਸ਼ਨ ਦੀ ਆਪਸ਼ਨ ਮਿਲਦੀ ਹੈ। ਹੁਣ ਇਸ ਟਰਮ ਪਾਲਿਸੀ ਨੂੰ ਪਰਮਾਨੈਂਟ ਪਾਲਿਸੀ ਵਿੱਚ ਕਨਵਰਟ ਕਰਾਉਣਾ ਉਹਨਾਂ ਲਈ ਬਹੁਤ ਹੀ ਜ਼ਿਆਦਾ ਢੁਕਵਾਂ ਹੈ ਜਿਨ੍ਹਾਂ ਨੂੰ ਇਹਨਾਂ ਸਾਲਾਂ ਦੇ ਦੌਰਾਨ ਕੋਈ ਮੈਡੀਕਲ ਕੰਡੀਸ਼ਨਸ ਡਿਵੈਲਪ ਹੋ ਜਾਂਦੀ ਹੈ ਜਾਂ ਉਹ ਮੈਡੀਕਲੀ ਫਿਟ ਨਹੀਂ ਰਹਿ ਜਾਂਦੇ ਨਵੀਂ ਪਾਲਿਸੀ ਲੈਣ ਦੇ ਵਿੱਚ, ਤੇ ਫਿਰ ਉਹਨਾਂ ਲਈ ਇੱਕ ਬਹੁਤ ਵਧੀਆ ਆਪਸ਼ਨ ਹੈ ਕਿ ਉਹ ਇਸ ਟਰਮ ਪਾਲਿਸੀ ਨੂੰ ਬਿਨਾਂ ਕਿਸੇ ਮੈਡੀਕਲ ਦੇ ਪਰਮਾਨੈਂਟ ਪਾਲਿਸੀ ਵਿੱਚ ਕਨਵਰਟ ਕਰ ਸਕਦੇ ਨੇ। ਤੇ ਜੇਕਰ ਤੁਸੀਂ ਵੀ ਕੋਈ ਟਰਮ ਪਾਲਿਸੀ ਲਈ ਹੋਈ ਹੈ ਔਰ ਤੁਹਾਡੀ ਟਰਮ ਪਾਲਿਸੀ ਦੀ ਮਿਆਦ ਪੁੱਗਣ ਵਾਲੀ ਹੈ ਤਾਂ ਅੱਜ ਹੀ ਤੁਸੀਂ ਸਾਡੇ ਸਪਾਂਸਰ ਟਰੂਪੈਕਸ ਫਾਈਨੈਂਸ਼ੀਅਲ ਦੇ ਕਿਸੇ ਵੀ ਐਡਵਾਈਜ਼ਰ ਨੂੰ ਮਿਲ ਕੇ ਉਹ ਪਾਲਿਸੀ ਨੂੰ ਰਿਵਿਊ ਕਰ ਸਕਦੇ ਹੋ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਆਟੋ ਰੀਨਿਊਅਲ ਦੇ ਵਿੱਚ ਤੁਹਾਡਾ ਪ੍ਰੀਮੀਅਮ ਬਹੁਤ ਜ਼ਿਆਦਾ ਵੱਧ ਜਾਂਦਾ ਹੈ, ਇਸ ਕਰਕੇ ਆਟੋ ਰੀਨਿਊ ਹੋਣ ਤੋਂ ਪਹਿਲਾਂ ਤੁਸੀਂ ਆਪਣੀ ਪਾਲਿਸੀ ਨੂੰ ਜ਼ਰੂਰ ਰਿਵਿਊ ਕਰਵਾ ਲੈਣਾ, ਜਾਂ ਫਿਰ ਅਗਰ ਚਾਹੋ ਤਾਂ ਤੁਸੀਂ ਇਸ ਪਾਲਿਸੀ ਨੂੰ ਪਰਮਾਨੈਂਟ ਪਾਲਿਸੀ 'ਚ ਵੀ ਕਨਵਰਟ ਕਰਾ ਸਕਦੇ ਹੋ ਤਾਂ ਕਿ ਤੁਹਾਨੂੰ ਸਾਰੀ ਉਮਰ ਲਈ ਕਵਰੇਜ ਮਿਲਦੀ ਰਹੇ। ਹਾਂਜੀ, ਹੁਣ ਜਿੱਥੇ ਗੱਲ ਹੋਈ ਟਰਮ ਪਾਲਿਸੀ ਨੂੰ ਪਰਮਾਨੈਂਟ ਦੇ ਵਿੱਚ ਕਨਵਰਟ ਕਰਾਉਣ ਦੇ ਵਿੱਚ, ਤਾਂ ਫਿਰ ਪਰਮਾਨੈਂਟ ਪਾਲਿਸੀ ਦੇ ਵਕੀਲ ਪਤਾ ਕੀ ਕਹਿੰਦੇ ਨੇ ਕਿ ਜੇਕਰ ਤੁਸੀਂ ਬਾਅਦ ਵਿੱਚ ਪਰਮਾਨੈਂਟ ਪਾਲਿਸੀ ਹੀ ਲੈਣੀ ਹੈ ਤੇ ਇਸ ਪਾਲਿਸੀ ਨੂੰ ਛੋਟੀ ਉਮਰ ਦੇ ਵਿੱਚ ਕਿਉਂ ਨਾ ਲੈ ਲਿਆ ਜਾਵੇ, ਕਿਉਂਕਿ ਕੈਨੇਡਾ ਦੇ ਵਿੱਚ ਅਸੀਂ ਜੋ ਵੀ ਆਪਣੀ ਸਾਰੀ ਉਮਰ ਦੇ ਵਿੱਚ ਕਮਾਉਂਦੇ ਹਾਂ ਜੋੜਦੇ ਹਾਂ, ਜਦੋਂ ਵੀ ਉਹ ਸਾਡੇ ਬੈਨੀਫੀਸ਼ੀਅਰੀਜ਼ ਜਾਂਦਾ ਹੈ ਤੇ ਕਈ ਐਸੀਆਂ ਇਨਵੈਸਟਮੈਂਟਸ ਨੇ ਜਿਨ੍ਹਾਂ ਦੇ ਉੱਤੇ ਸਾਨੂੰ ਜਾਂ ਸਾਡੇ ਬੈਨੀਫੀਸ਼ੀਅਰੀਜ਼ ਨੂੰ ਟੈਕਸ ਦੇਣਾ ਪੈਂਦਾ ਹੈ। ਹੁਣ ਟੈਕਸ ਦੇਣ ਦੇ ਦੋ ਤਰੀਕੇ ਹੋ ਸਕਦੇ ਨੇ, ਜਾਂ ਤਾਂ ਅਸੀਂ ਉਹਨਾਂ ਸੰਪਤੀਆਂ ਚੋਂ ਕੁਝ ਸੰਪਤੀਆਂ ਵੇਚ ਕੇ ਟੈਕਸ ਦੀ ਭਰਪਾਈ ਕਰ ਦਈਏ ਤੇ ਜਾਂ ਫਿਰ ਲਾਈਫ ਇੰਸ਼ੋਰੈਂਸ ਦੀ ਪਰਮਾਨੈਂਟ ਪਾਲਿਸੀ ਲੈ ਲਈ ਜਾਵੇ। ਹੁਣ ਪਰਮਾਨੈਂਟ ਪਾਲਿਸੀ ਕਿਉਂ? ਪਹਿਲੀ ਗੱਲ, ਪਰਮਾਨੈਂਟ ਪਾਲਿਸੀ ਦੀ ਮਿਆਦ ਕਦੇ ਖਤਮ ਨਹੀਂ ਹੁੰਦੀ, ਤੁਹਾਡੀ ਕਵਰੇਜ 100 ਸਾਲ ਦੀ ਉਮਰ ਤੱਕ ਚੱਲਦੀ ਰਹੇਗੀ। ਦੂਸਰੀ ਗੱਲ, ਜਿਸ ਉਮਰ ਦੇ ਵਿੱਚ ਤੁਸੀਂ ਇਹ ਪਾਲਿਸੀ ਸ਼ੁਰੂ ਕੀਤੀ ਹੈ ਤੁਹਾਡਾ ਪ੍ਰੀਮੀਅਮ ਕਦੀ ਵੀ ਚੇਂਜ ਨਹੀਂ ਹੋਏਗਾ। ਜਿਹੜਾ ਪ੍ਰੀਮੀਅਮ ਤੁਹਾਡਾ ਅੱਜ ਜਿਸ ਉਮਰ ਦੇ ਵਿੱਚ ਨਿਰਧਾਰਿਤ ਹੋ ਗਿਆ, ਅੱਜ ਤੋਂ 20 ਸਾਲ 30 ਸਾਲ ਜਾਂ 50 ਸਾਲ ਤੱਕ ਵੀ ਤੁਹਾਡਾ ਪ੍ਰੀਮੀਅਮ ਉਹੀ ਚੱਲਦਾ ਰਹੇਗਾ ਜਦ ਤੱਕ ਪਾਲਿਸੀ ਖਤਮ ਨਹੀਂ ਹੋ ਜਾਂਦੀ ਜਾਂ ਤੁਹਾਡੀ ਡੈਥ ਨਹੀਂ ਹੋ ਜਾਂਦੀ। ਔਰ ਤੀਸਰੀ ਚੀਜ਼, ਇਸ ਪਾਲਿਸੀਜ਼ ਦੇ ਵਿੱਚ ਕੈਸ਼ ਵੈਲਿਊਜ਼ ਵੀ ਬਣਦੀ ਹੈ। ਕੈਸ਼ ਵੈਲਿਊ ਦਾ ਮਤਲਬ ਕੀ ਹੈਗਾ ਕਿ ਤੁਸੀਂ ਜਦੋਂ ਚਾਹੇ ਕਿਸੇ ਵੀ ਐਮਰਜੈਂਸੀ ਦੇ ਦੌਰਾਨ ਆਪਣੀ ਇਸ ਪਾਲਿਸੀ ਦੇ ਉੱਤੇ ਲੋਨ ਦੇ ਰੂਪ ਦੇ ਵਿੱਚ ਰਕਮ ਲੈ ਸਕਦੇ ਹੋ। ਹੁਣ ਜੇ ਟਰਮ ਪਾਲਿਸੀ ਦੀ ਗੱਲ ਕਰੀਏ ਤਾਂ ਟਰਮ ਪਾਲਿਸੀ ਦੇ ਵਿੱਚ ਮਿਆਦ ਕੁਝ ਸਮੇਂ ਬਾਅਦ ਖਤਮ ਹੋ ਜਾਂਦੀ ਹੈ। ਟਰਮ ਪਾਲਿਸੀ ਦੇ ਵਿੱਚ ਜਦੋਂ ਵੀ ਮਿਆਦ ਨੂੰ ਰੀਨਿਊ ਕਰਵਾਵਾਂਗੇ ਤਾਂ ਪਾਲਿਸੀ ਮਹਿੰਗੀ ਹੋ ਜਾਵੇਗੀ ਤੇ ਟਰਮ ਪਾਲਿਸੀ 'ਚ ਕੈਸ਼ ਵੈਲਿਊ ਵੀ ਨਹੀਂ ਮਿਲਦੀ, ਜਦ ਕਿ ਇਸ ਦੇ ਉਲਟ ਪਰਮਾਨੈਂਟ ਪਾਲਿਸੀ ਦੇ ਵਿੱਚ ਪ੍ਰੀਮੀਅਮ ਉਹੀ ਰਹੇਗਾ, ਕਵਰੇਜ ਸਾਰੀ ਉਮਰ ਰਹੇਗੀ ਤੇ ਇਸ ਪਾਲਿਸੀ 'ਚ ਕੈਸ਼ ਵੈਲਿਊ ਵੀ ਬਣੇਗੀ। ਹੁਣ ਫੈਸਲਾ ਤੁਹਾਡਾ, ਟਰਮ ਪਾਲਿਸੀ ਜਾਂ ਫਿਰ ਪਰਮਾਨੈਂਟ ਪਾਲਿਸੀ, ਵੀ ਕਿਹੜੀ ਪਾਲਿਸੀ ਤੁਹਾਡੇ ਲਈ ਬਿਹਤਰ ਹੈ। ਹੁਣ ਮੈਂ ਇੱਥੇ ਇੱਕ ਗੱਲ ਦਾ ਜ਼ਿਕਰ ਕਰਦਾ ਕਿ ਜਿਵੇਂ ਕਿ ਟਰਮ ਪਾਲਿਸੀ ਦੀ ਵਕਾਲਤ ਕਰਨ ਵਾਲੇ ਇਹ ਦਲੀਲ ਦਿੰਦੇ ਨੇ ਕਿ ਟਰਮ ਪਾਲਿਸੀ ਦਾ ਥੋੜਾ ਪ੍ਰੀਮੀਅਮ ਦੇ ਕੇ ਬਾਕੀ ਰਕਮ ਇਨਵੈਸਟ ਕਰ ਦਿੱਤੀ ਜਾਵੇ ਤਾਂ ਉੱਥੇ ਫਿਰ ਉਹੀ ਇੱਕ ਫੰਡਾ ਬਕਾਇਆ ਰਹਿ ਜਾਵੇਗਾ ਕਿ ਉਸ ਇਨਵੈਸਟਮੈਂਟ ਦੇ ਉੱਤੇ ਜਿਹੜੀ ਵੀ ਗਰੋਥ ਹੋਵੇਗੀ ਅਗਰ ਉਸ ਤੇ ਬਣਦਾ ਹੋਇਆ ਟੈਕਸ ਹੈਗਾ ਤੇ ਉਹ ਕਿਵੇਂ ਪੇ ਹੋਏਗਾ। ਤੇ ਜੇਕਰ ਤੁਹਾਡੇ ਕੋਲ ਪਰਮਾਨੈਂਟ ਪਾਲਿਸੀ ਹੈ, ਇਸ ਦਾ ਮਤਲਬ ਕਿ ਉਸ ਪਰਮਾਨੈਂਟ ਪਾਲਿਸੀ ਦਾ ਕਲੇਮ ਉਸ ਟੈਕਸ ਦੀ ਲਾਇਬਿਲਿਟੀ ਨੂੰ ਕਲੀਅਰ ਕਰਨ ਦੇ ਵਿੱਚ ਹੋ ਸਕਦਾ ਹੈ। ਇਸ ਲਈ ਐਕਸਪਰਟਸ ਇਹ ਕਹਿੰਦੇ ਨੇ ਕਿ ਤੁਸੀਂ ਦੋਵੇਂ ਪਾਲਿਸੀਜ਼ ਦੀ ਇੱਕ ਕੰਬੀਨੇਸ਼ਨ ਬਣਾ ਕੇ ਆਪਣੇ ਕੋਲ ਰੱਖੋ ਤਾਂ ਕਿ ਤੁਹਾਡੇ ਥੋੜੇ ਪੈਸੇ ਦੇ ਵਿੱਚ ਵੱਧ ਰਿਸਕ ਕਵਰ ਵੀ ਹੋ ਜਾਏ, ਜਿਹਨੂੰ ਅਸੀਂ ਟਰਮ ਪਾਲਿਸੀ ਕਹਿੰਦੇ ਹਾਂ, ਜਾਂ ਅਸੀਂ ਥੋੜੀ ਹੀ ਪਰਮਾਨੈਂਟ ਪਾਲਿਸੀ ਲੈ ਜਾਈਏ ਤਾਂ ਕਿ ਇਹ ਸਾਰੀ ਉਮਰ ਸਾਨੂੰ ਕਵਰੇਜ ਦਿੰਦੀ ਰਹੇ। ਔਰ ਇੱਥੇ ਮੈਂ ਤੁਹਾਨੂੰ ਇੱਕ ਹੋਰ ਜ਼ਿਕਰ ਕਰਦਾ ਕਿ ਪਰਮਾਨੈਂਟ ਪਾਲਿਸੀ ਲੈ ਕੇ
ਸਾਨੂੰ ਉਸ ਦੇ ਉੱਤੇ ਟਰਮ ਰਾਈਟਰ ਲੈਣ ਦੀ ਸਹੂਲਤ ਵੀ ਮਿਲਦੀ ਹੈ, ਯਾਨੀ ਕਿ ਪਰਮਾਨੈਂਟ ਪਾਲਿਸੀ ਦੇ ਉੱਤੇ ਤੁਸੀਂ ਟਰਮ ਰਾਈਟਰ ਜੋੜ ਕੇ ਵੀ ਇੱਕ ਪਾਲਿਸੀ ਲੈ ਸਕਦੇ ਹੋ, ਤਾਂ ਕਿ ਤੁਹਾਨੂੰ ਦੋਵੇਂ ਪਾਲਿਸੀਆਂ ਦਾ ਇੱਕੋ ਵੇਲੇ ਇਕੱਠਾ ਹੀ ਬੈਨੀਫਿਟ ਮਿਲ ਸਕੇ। ਹੁਣ ਪਾਲਿਸੀ ਟਰਮ ਹੋਵੇ ਜਾਂ ਪਰਮਾਨੈਂਟ, ਜ਼ਿਆਦਾ ਜ਼ਰੂਰੀ ਹੈ ਕਿ ਇੰਸ਼ੋਰੈਂਸ ਹੋਣੀ ਚਾਹੀਦੀ ਹੈ, ਤਾਂ ਕਿ ਸਾਡੇ ਤੇ ਸਾਡੇ ਪਰਿਵਾਰ ਦੇ ਸੁਪਨੇ ਅਧੂਰੇ ਨਾ ਰਹਿ ਜਾਣ। ਜ਼ਿੰਦਗੀ ਖਤਮ ਹੋ ਜਾਂਦੀ ਹੈ ਪਰ ਖਰਚੇ ਨਹੀਂ। ਮੌਰਗੇਜ ਵੀ ਦੇਣੀ ਪਏਗੀ, ਗਰੋਸਰੀ ਵੀ ਆਏਗੀ, ਕਾਰਾਂ ਦਾ ਖਰਚ ਵੀ ਚੱਲਦਾ ਹੈ ਤੇ ਐਜੂਕੇਸ਼ਨ ਦਾ ਖਰਚਾ ਵੀ ਚੱਲਦਾ ਹੀ ਰਹੇਗਾ। ਇਸ ਕਰਕੇ ਜ਼ਰੂਰੀ ਹੈ ਕਿ ਅਸੀਂ ਚਾਹੇ ਟਰਮ ਜਾਂ ਪਰਮਾਨੈਂਟ, ਜਿਵੇਂ ਕਿ ਸਾਡੀ ਲੋੜ ਹੈ, ਅਸੀਂ ਇਹਨਾਂ ਪਾਲਿਸੀਜ਼ ਨੂੰ ਜ਼ਰੂਰ ਲਈਏ ਤਾਂ ਅਸੀਂ ਆਪਣੇ ਆਪ ਨੂੰ ਇੰਸ਼ੋਰਡ ਜ਼ਰੂਰ ਕਰਵਾਈਏ। ਹੁਣ ਜਿੱਥੇ ਤੱਕ ਇਹਨਾਂ ਦੋਵਾਂ ਚੋਂ ਕਿਸੇ ਇੱਕ ਨੂੰ ਚੂਜ਼ ਕਰਨਾ ਹੋਵੇ ਕਿ ਟਰਮ ਜਾਂ ਪਰਮਾਨੈਂਟ, ਤੇ ਇਹ ਡਿਪੈਂਡ ਕਰੇਗਾ ਕਿ ਤੁਹਾਡੀਆਂ ਲੋੜਾਂ ਕਿਹੋ ਜਿਹੀਆਂ ਨੇ। ਜੇਕਰ ਤੁਹਾਡੀਆਂ ਲੋੜਾਂ ਕੁਝ ਸਮੇਂ ਲਈ ਨੇ, ਤੁਹਾਡਾ ਬਜਟ ਘੱਟ ਹੈ ਤੇ ਖਰਚੇ ਜ਼ਿਆਦਾ ਨੇ, ਤਾਂ ਫਿਰ ਟਰਮ ਪਾਲਿਸੀ ਢੁਕਵੀਂ ਹੋ ਸਕਦੀ ਹੈ, ਜਦਕਿ ਪਰਮਾਨੈਂਟ ਪਾਲਿਸੀ ਤੁਹਾਡੀਆਂ ਸਾਰੀਆਂ ਪਰਮਾਨੈਂਟ ਲੋੜਾਂ ਦੀ ਪੂਰਤੀ ਲਈ ਕਾਫੀ ਹੈ। ਜੇਕਰ ਤੁਸੀਂ ਆਪਣੇ ਪਰਿਵਾਰ ਲਈ ਕੋਈ ਲੈਗੇਸੀ ਜਾਂ ਕੋਈ ਵਿਰਾਸਤ ਛੱਡ ਕੇ ਜਾਣਾ ਚਾਹੁੰਦੇ ਹੋ, ਤੇ ਪਰਮਾਨੈਂਟ ਪਾਲਿਸੀ ਇੱਕ ਬਹੁਤ ਵਧੀਆ ਟੂਲ ਹੈ। ਇੱਥੇ ਮੈਂ ਗੱਲ ਦੱਸਣਾ ਚਾਹਾਂਗਾ ਕਿ ਇਹ ਦੋਵੇਂ ਪਾਲਿਸੀਆਂ ਇੱਕ ਦੂਜੇ ਦੀਆਂ ਪੂਰਕ ਨੇ, ਇੱਕ ਦੂਜੇ ਦਾ ਬਦਲ ਨਹੀਂ। ਬਸ ਇੱਥੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਇਹੀ ਹੈ ਕਿ ਤੁਸੀਂ ਇੰਸ਼ੋਰਡ ਹੋਣੇ ਚਾਹੀਦੇ ਹੋ। ਇਹ ਪਰਮਾਨੈਂਟ ਪਾਲਿਸੀਜ਼ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ, ਕਿਹੜੀ ਪਰਮਾਨੈਂਟ ਪਾਲਿਸੀ ਕਿਵੇਂ ਚੱਲਦੀ ਹੈ, ਸ਼ਾਇਦ ਮੈਂ ਆਉਣ ਵਾਲੇ ਅਗਲੇ ਐਪੀਸੋਡਸ ਦੇ ਵਿੱਚ ਇਹਨਾਂ ਦੇ ਬਾਰੇ ਵੀ ਜ਼ਰੂਰ ਗੱਲ ਕਰਾਂਗਾ। ਤੇ ਜੇਕਰ ਤੁਸੀਂ ਵੀ ਰੱਖਣਾ ਚਾਹੁੰਦੇ ਹੋ ਆਪਣਾ ਅਪਡੇਟ, ਨਹੀਂ ਕਰਨਾ ਚਾਹੁੰਦੇ ਕੋਈ ਫਾਈਨੈਂਸ਼ੀਅਲ ਮਿਸਟੇਕ, ਤਾਂ ਸਾਡੇ ਇਸ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਨ ਵਿੱਚ ਨਾ ਹੋ ਜਾਣਾ ਲੇਟ, ਨਹੀਂ ਤਾਂ ਫਿਰ every Monday you will miss Sing de Funday।